ਹੈਲੋ ਸਟੂਡੈਂਟਸ, ਸਵਾਗਤ ਕਰਦੀ ਹਾਂ ਤੁਹਾਡਾ ਆਪਣੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ। ਅੱਜ ਅਸੀਂ ਆਪਣੀ ਕਲਾਸ ਦੇ ਵਿੱਚ ਪੜ੍ਹਾਂਗੇ ਭਾਰਤ ਅਤੇ ਸਾਰਕ, ਇੰਡੀਆ ਐਂਡ ਸਾਰਕ। ਇਹ ਕੀ ਇੱਕ ਖੇਤਰੀ ਸੰਗਠਨ ਹੈ ਜੋ 8 ਦੇਸ਼ਾਂ ਨੇ ਮਿਲ ਕੇ ਬਣਾਇਆ ਹੋਇਆ ਗਾ। ਠੀਕ ਹੈ ਜੀ, ਅਸੀਂ ਇਹਦੇ ਬਾਰੇ ਅੱਜ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਬੰਗਲਾਦੇਸ਼ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ ਦੇ ਯਤਨ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਇਸ ਸੰਗਠਨ ਪ੍ਰਤੀ ਇੱਛੁਕ ਨਹੀਂ ਸੀ, ਪਰੰਤੂ ਬੰਗਲਾਦੇਸ਼ ਦੇ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ ਵੱਲੋਂ ਦੱਖਣ ਏਸ਼ੀਆਈ ਦੇਸ਼ਾਂ ਦੇ ਇਸ ਖੇਤਰੀ ਸੰਗਠਨ ਦੇ ਨਿਰਮਾਣ ਦੇ ਲਈ ਕੀਤੀ ਗਈ ਪਹਿਲ ਦਾ ਪਾਕਿਸਤਾਨ ਨੂੰ ਛੱਡ ਕੇ ਦੱਖਣ ਏਸ਼ੀਆ ਦੇ ਸਾਰੇ ਦੇਸ਼ਾਂ ਨੇ ਸਵਾਗਤ ਕੀਤਾ। ਤਾਂ ਦੱਖਣ ਏਸ਼ੀਆ ਦੇ 7 ਦੇਸ਼ ਇਸ ਦਿਸ਼ਾ ਦੇ ਵਿੱਚ ਸਹਿਯੋਗ ਦਾ ਜਿਹੜੇ ਖੇਤਰਾਂ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਅਪ੍ਰੈਲ 1981 ਦੇ ਵਿੱਚ ਕੋਲੰਬੋ ਵਿੱਚ ਮਿਲੇ। ਵਿਦੇਸ਼ ਸਕੱਤਰਾਂ ਦੀ ਜਿਹੜੀ ਪੱਧਰੀ ਇਸ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਕਿ ਇਹਨਾਂ ਦੇਸ਼ਾਂ ਨੂੰ ਤਕਨੀਕ ਦਾ ਆਦਾਨ ਪ੍ਰਦਾਨ ਕਰਨ, ਆਪਸ ਦੇ ਵਿੱਚ ਪੂੰਜੀ ਲਗਾਉਣ, ਮਨੁੱਖੀ ਸੰਬੰਧਾਂ ਦੇ ਵਿੱਚ ਸੁਧਾਰ ਕਰਨ ਦੀ ਇਸ ਦਿਸ਼ਾ ਦੇ ਸੰਬੰਧ ਵਿੱਚ ਜਿਹੜੇ ਸਥਾਪਿਤ ਕਰਨ ਦਾ ਯਤਨ ਕਰਨਾ ਚਾਹੀਦਾ ਗਾ। ਤਾਂ ਸਭ ਤੋਂ ਪਹਿਲਾਂ ਸੀਗਾ ਜੀ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਦਾ ਆਰੰਭ। ਇਹਦਾ ਆਰੰਭ ਕਿੱਥੋਂ ਹੋਇਆ ਅਤੇ ਕਿਵੇਂ ਹੋਇਆ? ਤਾਂ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਦੇ ਵਿਕਾਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਦੇ ਲਈ ਇਸ ਖੇਤਰ ਦੇ 7 ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਪਹਿਲੀ ਬੈਠਕ 21 ਤੋਂ 23 ਅਪ੍ਰੈਲ 1981 ਨੂੰ ਕੋਲੰਬੋ ਵਿਖੇ ਹੋਈ ਸੀ। ਤਾਂ ਇਹਨਾਂ 7 ਦੇਸ਼ਾਂ ਦੇ ਵਿੱਚ ਭਾਰਤ, ਬੰਗਲਾਦੇਸ਼, ਭੂਟਾਨ, ਮਾਲਦੀਵ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ ਇਹ ਸਾਰੇ ਦੇਸ਼ ਸ਼ਾਮਲ ਹੋਏ ਸੀ। ਤਾਂ ਇਸ ਬੈਠਕ ਦਾ ਜਿਹੜਾ ਮੁੱਖ ਮੰਤਵ ਸੀਗਾ ਉਹ ਬੰਗਲਾਦੇਸ਼ ਦੇ ਦੁਆਰਾ ਪੇਸ਼ ਕੀਤੇ ਪ੍ਰਸਤਾਵਾਂ ਦੇ ਉੱਤੇ ਵਿਚਾਰ ਕਰਨਾ ਸੀ। ਜਿਹੜਾ ਕਾਰਜਕਾਰੀ ਪੱਤਰ ਜਾਣੀ ਕਿ ਵਰਕਿੰਗ ਪੇਪਰ ਬੰਗਲਾਦੇਸ਼ ਨੇ ਤਿਆਰ ਕੀਤਾ ਸੀ, ਉਸ ਦੇ ਵਿੱਚ ਬੰਗਲਾਦੇਸ਼ ਨੇ ਆਰਥਿਕ ਖੇਤਰ ਦੇ ਵਿੱਚ ਜ਼ੋਰ ਦਿੱਤਾ ਸੀਗਾ। ਤਾਂ ਸ਼੍ਰੀਲੰਕਾ ਦੇ ਪ੍ਰਤੀਨਿਧੀ ਮੰਡਲ ਨੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਦੇ ਦੇਸ਼ਾਂ ਦੇ ਆਰਥਿਕ, ਰਾਜਨੀਤਿਕ ਅਤੇ ਕੁਝ ਹੋਰ ਖੇਤਰਾਂ 'ਤੇ ਵੀ ਜ਼ੋਰ ਦਿੱਤਾ। ਤਾਂ ਇਸ ਬੈਠਕ ਦੇ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਦੇ ਦੁਆਰਾ ਪ੍ਰਸਤਾਵਿਤ ਸੁਝਾਵਾਂ ਨੂੰ ਹੀ ਸੀਮਤ ਰਹਿਣ ਦੀ ਪ੍ਰਤੀਨਿਧਤਾ ਕੀਤੀ। ਭਾਰਤ ਨੇ ਸੱਭਿਆਚਾਰਕ, ਸੁਰੱਖਿਆ, ਵਿਗਿਆਨ ਅਤੇ ਤਕਨੀਕ ਦੇ ਵਿਕਾਸ ਆਦਿ ਜਿਹੜੇ ਖੇਤਰ ਸੀਗੇ ਇਹਨਾਂ ਦੇ ਵਿੱਚ ਦੱਖਣੀ ਏਸ਼ੀਆਈ ਦੇਸ਼ਾਂ ਦੇ ਪਰਸਪਰ ਸਹਿਯੋਗ ਦੇ ਉੱਤੇ ਜ਼ੋਰ ਦਿੱਤਾ। ਤਾਂ ਅੰਤ ਦੇ ਵਿੱਚ ਖੇਤੀਬਾੜੀ, ਪੇਂਡੂ ਵਿਕਾਸ, ਜਨ ਸੰਚਾਰ, ਮੌਸਮ ਵਿਗਿਆਨ, ਸਾਹਿਤ ਅਤੇ ਵਸੋਂ ਦੇ ਖੇਤਰਾਂ ਸੰਬੰਧੀ ਵੀ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਸਹਿਯੋਗ ਦੀ ਸਹਿਮਤੀ ਹੋਈ। ਉਸ ਤੋਂ ਬਾਅਦ ਆਉਂਦੀ ਹੈ ਜੀ ਵਿਦੇਸ਼ ਸਕੱਤਰਾਂ ਦੀ ਦੂਜੀ ਬੈਠਕ ਕਾਠਮੰਡੂ ਵਿਖੇ 1981 ਦੇ ਵਿੱਚ ਹੋਈ ਸੀਗੀ। ਤਾਂ ਵਿਦੇਸ਼ ਸਕੱਤਰਾਂ ਦੀ ਜਿਹੜੀ ਦੂਜੀ ਬੈਠਕ ਸੀ ਇਹ 2 ਤੋਂ ਲੈ ਕੇ 4 ਨਵੰਬਰ 1981 ਦੇ ਵਿੱਚ ਕਾਠਮੰਡੂ 'ਚ ਹੋਈ ਸੀਗੀ। ਤਾਂ ਇਸ ਬੈਠਕ ਦੇ ਵਿੱਚ ਸਹਿਯੋਗੀ ਸੰਮਤੀ ਦੇ ਦੁਆਰਾ ਪੇਸ਼ ਕੀਤੀ ਇੱਕ ਰਿਪੋਰਟ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਹ ਸਹਿਯੋਗੀ ਸੰਮਤੀ ਸੀ ਜਿਹੜੀ ਕੋਲੰਬੋ ਵਿਖੇ ਹੋਈ ਵਿਦੇਸ਼ ਸਕੱਤਰਾਂ ਦੀ ਪਹਿਲੀ ਮੀਟਿੰਗ ਸੀਗੀ, ਜਿਹੜੀ ਪਹਿਲੀ ਬੈਠਕ ਸੀਗੀ ਉਹਦੇ ਵਿੱਚ ਨਿਯੁਕਤ ਕੀਤੀ ਗਈ ਸੀ। ਤਾਂ ਇਸ ਬੈਠਕ ਦੇ ਵਿੱਚ ਆਵਾਜਾਈ, ਡਾਕਖਾਨਾ ਸੇਵਾਵਾਂ, ਤਕਨੀਕੀ ਖੇਤਰ ਦੇ ਵਿੱਚ ਏਸ਼ੀਆਈ ਖੇਤਰਾਂ ਦੇ ਦੇਸ਼ਾਂ ਵਿੱਚ ਸਹਿਯੋਗ ਵਿਕਸਿਤ ਕਰਨ ਦਾ ਨਿਰਣਾ ਲਿਆ ਸੀਗਾ। ਤਾਂ ਦੂਜੇ ਸ਼ਬਦਾਂ ਦੇ ਵਿੱਚ ਵਿਦੇਸ਼ ਸਕੱਤਰਾਂ ਦੀ ਪਹਿਲੀ ਬੈਠਕ ਨੇ 5 ਵਿਸ਼ਿਆਂ ਸੰਬੰਧੀ ਪਰਸਪਰ ਸਹਿਯੋਗ ਵਿਕਸਿਤ ਕਰਨ ਦਾ ਫੈਸਲਾ ਕੀਤਾ ਸੀਗਾ। ਪਰ ਕਾਠਮੰਡੂ ਵਿਖੇ ਹੋਈ ਜਿਹੜੀ ਦੂਸਰੀ ਬੈਠਕ ਸੀ ਉਹਨਾਂ ਨੇ ਵਿਸ਼ਿਆਂ ਦੇ ਉੱਤੇ 3 ਹੋਰ ਵਿਸ਼ੇ ਵੀ ਜੋੜ ਦਿੱਤੇ ਸੀਗੇ। ਉਸ ਤੋਂ ਬਾਅਦ ਹੋਈ ਜੀ 7 ਰਾਸ਼ਟਰਾਂ ਦੀ ਵਿਦੇਸ਼ ਸਕੱਤਰਾਂ ਦੀ ਤੀਜੀ ਬੈਠਕ 1982 ਨੂੰ ਇਸਲਾਮਾਬਾਦ ਵਿਖੇ। ਤਾਂ ਵਿਦੇਸ਼ ਸਕੱਤਰਾਂ ਦੀ ਜਿਹੜੀ ਤੀਜੀ ਬੈਠਕ ਸੀ ਇਹ 7 ਤੋਂ ਲੈ ਕੇ 9 ਅਗਸਤ 1982 ਨੂੰ ਇਸਲਾਮਾਬਾਦ 'ਚ ਹੋਈ ਸੀ। ਤਾਂ ਇਸ ਬੈਠਕ ਦੇ ਵਿੱਚ 1981 ਦੇ ਵਿੱਚ ਜਿਹੜੀ ਕਾਠਮੰਡੂ 'ਚ ਸਥਾਪਿਤ ਕੀਤੇ ਇਸ ਇੱਕ ਅਧਿਐਨ ਸਮੂਹ ਯਾਨੀ ਕਿ ਸਟੱਡੀ ਗਰੁੱਪ ਦੀ ਰਿਪੋਰਟ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਤਾਂ ਇਸ ਬੈਠਕ ਨੇ ਇਹ ਸਿਫਾਰਿਸ਼ ਕੀਤੀ ਕਿ ਇਹਨਾਂ 7 ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਵਿੱਚ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਪਰਸਪਰ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਅਤੇ ਇਸ ਮੰਤਵ ਲਈ ਆਪਣੀਆਂ ਸਿਫਾਰਿਸ਼ਾਂ ਸਮੂਹਿਕ ਰੂਪ ਦੇ ਵਿੱਚ ਇੱਕ ਰਿਪੋਰਟ ਦੇ ਤੌਰ 'ਤੇ ਪੇਸ਼ ਕਰਨ। ਉਸ ਤੋਂ ਬਾਅਦ ਹੋਈ ਜੀ ਵਿਦੇਸ਼ ਸਕੱਤਰਾਂ ਦੀ ਚੌਥੀ ਬੈਠਕ 1983 ਨੂੰ ਢਾਕਾ ਵਿਖੇ।
ਤਾਂ ਜਿਹੜੇ ਵਿਦੇਸ਼ ਸਕੱਤਰਾਂ ਦੀ ਚੌਥੀ ਬੈਠਕ ਢਾਕਾ ਦੇ ਵਿੱਚ ਹੋਈ ਸੀ, ਇਹ ਹੋਈ ਸੀ 1983 ਨੂੰ। ਅਤੇ ਇਸ ਬੈਠਕ ਦੇ ਵਿੱਚ ਜਿਹੜਾ ਸਟੱਡੀ ਗਰੁੱਪ ਸੀ, ਅਧਿਐਨ ਸਮੂਹ ਸੀ, ਇਹਦੀਆਂ ਸਿਫਾਰਿਸ਼ਾਂ ਨੂੰ ਪ੍ਰਵਾਨ ਕਰਦਿਆਂ ਇਹ ਸਿਫਾਰਿਸ਼ ਕੀਤੀ ਗਈ ਕਿ ਵਿਦੇਸ਼ ਮੰਤਰੀ ਇਸ ਮੰਤਵ ਦੇ ਲਈ ਆਪਣਾ ਸਮੂਹਿਕ ਕਾਰਜਕ੍ਰਮ ਪੇਸ਼ ਕਰਨ, ਅਤੇ ਇਸ ਬੈਠਕ ਨੇ ਇੱਕ ਸਥਾਈ ਸੰਮਤੀ ਸਟੈਂਡਿੰਗ ਕਮੇਟੀ ਨਿਯੁਕਤ ਕਰਨ ਦਾ ਵੀ ਨਿਰਣਾ ਲਿਆ। ਉਸ ਤੋਂ ਬਾਅਦ ਸੀ 7 ਰਾਸ਼ਟਰਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ 1983 ਦੇ ਵਿੱਚ ਦਿੱਲੀ 'ਚ ਹੋਈ ਸੀਗੀ। ਜਦੋਂ ਇਹ 7 ਰਾਸ਼ਟਰ ਇਕੱਠੇ ਹੋ ਗਏ ਸੀ ਤਾਂ 1983 ਦੇ ਵਿੱਚ ਇਹਨਾਂ ਨੇ ਦਿੱਲੀ ਦੇ ਵਿੱਚ ਫਿਰ ਬੈਠਕ ਕੀਤੀ। ਤਾਂ ਇਹਨਾਂ 7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ 1983 ਨੂੰ ਨਵੀਂ ਦਿੱਲੀ 'ਚ ਹੋਈ। ਤਾਂ ਇਹਨਾਂ ਮੰਤਰੀਆਂ ਦੀ ਬੈਠਕ ਦੇ ਵਿੱਚ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਦੀ ਘੋਸ਼ਣਾ ਪ੍ਰਵਾਨ ਕੀਤੀ ਗਈ। ਤਾਂ ਇਹਦੇ ਮੁੱਖ ਮੰਤਵ ਜਾਂ ਇਹਦੇ ਮੁੱਖ ਉਦੇਸ਼ਾਂ ਦੇ ਬਾਰੇ ਅਸੀਂ ਜਾਣ ਲੈਂਦੇ ਹਾਂ ਕਿ ਇਸ ਬੈਠਕ ਦੇ ਵਿੱਚ ਕੀ ਇਹਨਾਂ ਨੇ ਉਦੇਸ਼ ਜਾਂ ਮੰਤਵ ਰੱਖੇ ਸੀ। ਪਹਿਲਾ ਸੀ ਦੱਖਣੀ ਏਸ਼ੀਆਈ ਦੇਸ਼ਾਂ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਅਤੇ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਗੁਣਾਤਮਕ ਸੁਧਾਰ ਵਿਕਸਿਤ ਕਰਨਾ ਸੀ। ਦੂਸਰਾ ਸੀਗਾ ਜੀ ਦੱਖਣੀ ਏਸ਼ੀਆਈ ਖੇਤਰ ਦੇ ਵਿੱਚ ਆਰਥਿਕ ਵਿਕਾਸ, ਸਮਾਜਿਕ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ, ਅਤੇ ਇਸ ਖੇਤਰ ਦੇ ਸਾਰੇ ਵਿਅਕਤੀਆਂ ਨੂੰ ਗੌਰਵਮਈ ਜੀਵਨ ਬਤੀਤ ਕਰਨ ਅਤੇ ਆਪਣੇ ਗੁਣਾਂ ਨੂੰ ਪੂਰਾ ਵਿਕਾਸ ਕਰਨ ਦਾ ਅਵਸਰ ਪ੍ਰਦਾਨ ਕਰਨਾ। ਉਸ ਤੋਂ ਬਾਅਦ ਸੀਗਾ ਜੀ ਦੱਖਣੀ ਏਸ਼ੀਆਈ ਖੇਤਰਾਂ ਦੇ ਦੇਸ਼ਾਂ ਦੇ ਵਿੱਚ ਸਮੂਹਿਕ ਆਤਮ ਬਲ ਦਾ ਵਿਕਾਸ ਕਰਨਾ ਅਤੇ ਇਸ ਨੂੰ ਸ਼ਕਤੀਸ਼ਾਲੀ ਬਣਾਉਣਾ। ਉਸ ਤੋਂ ਬਾਅਦ ਸੀ ਆਪਸੀ ਭਰੋਸੇ ਅਤੇ ਪਰਸਪਰ ਵਿਸ਼ਵਾਸ, ਸੂਝ ਬੂਝ ਨੂੰ ਵਿਕਸਿਤ ਕਰਨਾ ਅਤੇ ਇੱਕ ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਲਈ ਯੋਗਦਾਨ ਦੇਣਾ। ਉਸ ਤੋਂ ਬਾਅਦ ਸੀਗਾ ਜੀ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਤਕਨੀਕੀ ਖੇਤਰਾਂ ਦੇ ਵਿੱਚ ਕਿਰਿਆਸ਼ੀਲ ਸਹਿਯੋਗ ਅਤੇ ਪਰਸਪਰ ਸਹਾਇਤਾ ਨੂੰ ਵਿਕਸਿਤ ਕਰਨਾ। ਅਗਲਾ ਉਦੇਸ਼ ਸੀਗਾ ਜੀ ਦੂਜੇ ਵਿਕਾਸਸ਼ੀਲ ਦੇਸ਼ਾਂ ਨਾਲ ਸਹਿਯੋਗ ਨੂੰ ਸ਼ਕਤੀਸ਼ਾਲੀ ਬਣਾਉਣਾ। ਫਿਰ ਸੀਗਾ ਜੀ ਸਾਂਝੇ ਹਿੱਤਾਂ ਨਾਲ ਸੰਬੰਧਿਤ ਮਾਮਲਿਆਂ ਸੰਬੰਧੀ ਅੰਤਰਰਾਸ਼ਟਰੀ ਮੰਚਾਂ 'ਤੇ ਪਰਸਪਰ ਸਹਿਯੋਗ ਨੂੰ ਸ਼ਕਤੀਸ਼ਾਲੀ ਬਣਾਉਣਾ। ਅਤੇ ਅਗਲਾ ਪੁਆਇੰਟ ਸੀਗਾ ਇਹੋ ਜਿਹੇ ਮੰਤਵਾਂ ਅਤੇ ਉਦੇਸ਼ਾਂ ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨਾਂ ਨਾਲ ਸਹਿਯੋਗ। ਤਾਂ ਇਹ ਘੋਸ਼ਣਾ ਦੇ ਇਸ ਜਿਹੜੇ ਵਿਸ਼ੇਸ਼ ਤੌਰ 'ਤੇ ਵਰਣਨ ਕੀਤਾ ਗਿਆ ਕਿ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਪਰਸਪਰ ਸਹਿਯੋਗ, ਪ੍ਰਭੂਸੱਤਾ, ਸਮਾਨਤਾ, ਖੇਤਰੀ ਅਖੰਡਤਾ, ਰਾਜਨੀਤਿਕ ਸੁਤੰਤਰਤਾ ਅਤੇ ਦੂਜੇ ਰਾਜਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕਰਨਾ ਅਤੇ ਪਰਸਪਰ ਲਾਭ ਦੇ ਸਿਧਾਂਤ 'ਤੇ ਆਧਾਰਿਤ ਹੋਊਗਾ। ਅਤੇ ਇਸ ਬੈਠਕ ਨੇ ਇਹ ਵੀ ਘੋਸ਼ਣਾ ਕੀਤੀ ਕਿ ਦੱਖਣੀ ਏਸ਼ੀਆਈ ਖੇਤਰ ਦੇ ਜਿਹੜੇ ਸਾਰੇ ਦੇਸ਼ਾਂ ਦੇ ਦੁਆਰਾ ਕੀਤੇ ਦੋਪਾਸੀ ਅਤੇ ਬਹੁਪਾਸੀ ਸੰਬੰਧਾਂ ਦੀ ਥਾਂ ਇਹ ਘੋਸ਼ਣਾ ਨਹੀਂ ਲਊਗੀ। ਸੋ ਇਸ ਖੇਤਰ ਦੇ ਵਿੱਚ ਜਿਹੜਾ ਹਰੇਕ ਖੇਤਰ ਹੈ ਦੇਸ਼ ਨੂੰ ਦੋਪਾਸੀ ਅਤੇ ਬਹੁਪਾਸੀ ਸਮਝੌਤੇ ਦੀ ਖੁੱਲ੍ਹ ਹੋਊਗੀ। ਤਾਂ ਇਹਦੇ ਵਿੱਚ ਜਿਹੜੇ ਇਹ ਫੈਸਲੇ ਲਏ ਗਏ ਸੀ 1983 ਦੀ ਦਿੱਲੀ ਵਾਲੀ ਬੈਠਕ ਦੇ ਵਿੱਚ। ਤਾਂ ਇਹ ਸਭ ਉਹਨਾਂ ਦੇ ਬਾਰੇ ਅਸੀਂ ਪੜ੍ਹਿਆ ਉਹ ਪੁਆਇੰਟ ਨੇ ਜਦੋਂ ਇਹ ਦੱਖਣੀ ਏਸ਼ੀਆ ਯਾਨੀ ਕਿ ਸਾਰਕ ਦੀ ਸ਼ੁਰੂਆਤ ਹੋਈ ਸੀਗੀ। ਤਾਂ ਜਿੰਨਾ ਕਿ ਇਹਦੇ ਬਾਰੇ ਪੜ੍ਹਿਆ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਸੋ ਥੈਂਕ ਯੂ।